नवीं गौरमेंट ਨੂੰ 6 ਮਹੀਨੇ ਦੇਣਾ ਚਾਹੁੰਦੇ ਹੁੰਦੇ ਨੇ ਦੇ ਦਿਓ, ਪਰ ਜੋ ਪਹਿਲਾਂ ਹੀ ਸਿਰ 'ਚ ਗਲੀਆਂ ਕਰਨ ਲੱਗ ਜੇ ਤਾਂ 6 ਮਹੀਨੇ ਵੀ ਕੌਣ ਦੇਗਾ। ਨਰਿੰਦਰ ਮੋਦੀ ਨੇ 7.5 ਸਾਲ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੇ ਹੁਣ ਭਗਵੰਤ ਮਾਨ ਪ੍ਰੈਸ ਕਾਨਫਰੰਸ ਨਹੀਂ ਕਰੂ। ਲੀਡਰ ਤੇ ਅਫਸਰ ਜਵਾਬਦੇਹੀ ਤੋਂ ਭੱਜਣ ਲੱਗ ਜਾਣ ਤਾਂ ਲੋਕਾਂ ਦੇ ਰੀਅਲ ਮੁੱਦੇ ਉੱਠਣਗੇ ਕਿਵੇਂ। ਜਿੰਨਾ ਕਰਪਟ ਮੀਡੀਆ ਇਸ ਦੌਰ ਦੇ ਵਿੱਚ ਹੋ ਚੁੱਕਿਆ ਇਹਨਾਂ ਵੋਟਾਂ 'ਚ ਹੋਇਆ, ਖਾਸ ਤੌਰ ਤੇ ਸੱਤਾਧਾਰੀ ਧਿਰ ਨੇ ਜਿੰਨਾ ਪੈਸਾ ਮੀਡੀਆ ਤੇ ਫੂਕਿਆ ਇਸ ਚੋਣਾਂ ਦੇ ਵਿੱਚ ਤੇ ਬਾਕੀ ਦੀਆਂ ਨੇ ਇਹ ਤੋਂ ਪਹਿਲਾਂ ਕਦੇ ਨਹੀਂ ਉਸ ਲੈਵਲ ਦੇ ਉੱਤੇ ਆਏ। ਪੈਨਸ਼ਨਾਂ ਦਾ ਸਵਾਲ ਹੈ, ਅਸੀਂ ਪੈਨਸ਼ਨ ਬੰਦ ਕਰਤੀ ਜੀ, ਉੱਤੇ ਕੋਈ ਪਾਲਿਸੀ ਬਣਾਓ ਨਾ। ਪੈਨਸ਼ਨ ਬੰਦ ਕਰਨ ਦੇ ਇੱਕ ਪਾਲਿਸੀ ਕਿਉਂ ਨਹੀਂ ਬਣ ਸਕਦੀ? ਮੁੱਖ ਮੰਤਰੀ ਦਾ ਆਰਡਰ ਰਾਜੇ ਦਾ ਆਰਡਰ ਨਹੀਂ ਨਾ, ਉਹ ਪੁਰਾਣੇ ਜ਼ਮਾਨੇ ਦਾ, ਇਹ ਕਿਸੇ ਕਾਨੂੰਨ ਦੇ ਮੁਤਾਬਕ ਹੈ। ਉਹ ਬਲਕਿ ਤੁਹਾਡੇ ਪੁੱਠੀ ਪਊਗੀ ਮੌਕੇ ਤੇ ਜੇਕਰ ਐਵੇਂ ਬਿਆਨਬਾਜ਼ੀ ਹੁੰਦੀ ਰਹੂਗੀ। ਸਾਡੇ ਸੂਬੇ 'ਚ ਤਾਂ ਨਾ ਕੋਈ ਅੱਜ ਤੱਕ ਇੰਡਸਟਰੀ ਪਾਲਿਸੀ ਉਸ ਲੈਵਲ ਦੀ ਹੈ, ਨਾ ਖੇਤੀ ਪਾਲਿਸੀ ਹੈ, ਵਾਤਾਵਰਨ 'ਤੇ ਤਾਂ ਪਾਲਿਸੀ ਹੋਣੀ ਕੀ ਹੈ, ਕਿਉਂਕਿ ਉਹ ਤਾਂ ਨਾਲ ਅਸੀਂ ਸੈਕੰਡਰੀ ਰੱਖਿਆ ਹੋਇਆ। ਪੋਲੂਸ਼ਨ ਕੰਟਰੋਲ ਬੋਰਡ ਕੋਲ ਇੰਨੇ ਅਫਸਰ, ਇੰਨਾ ਸੈਟਅਪ ਹੈ, ਸਾਰਾ ਕੁਝ ਹੈ। ਉਹ ਆਉਂਦੇ ਨੇ, ਇੱਕ ਵਾਰ ਦੇਖਦੇ ਨੇ ਤੇ ਮੁੜ ਕੇ ਚਲੇ ਜਾਂਦੇ ਨੇ, ਐਕਸ਼ਨ ਕੋਈ ਨਹੀਂ ਹੈ ਉਸ ਪੱਧਰ ਦੇ ਉੱਤੇ। ਇੱਥੋਂ ਚੱਲ ਕੇ ਤੁਸੀਂ ਰਾਜਸਥਾਨ ਤੱਕ ਦੇ ਲੋਕਾਂ ਨੂੰ ਮਾਰ ਰਹੇ ਹੋ ਜੀ, ਇਹ ਸਿੱਧਾ ਕਤਲ ਹੈ। ਇੱਕ ਤਾਂ ਉਹ ਦਰਿਆਈ ਪਾਣੀ ਸੀ, ਉਹ ਵੀ ਅਸੀਂ ਬਰਬਾਦ ਕਰ ਲਿਆ। ਪੰਜਾਬ ਦੇ ਪਾਣੀਆਂ ਦਾ ਮੁੱਦਾ ਲੰਮੇ ਸਮੇਂ ਤੋਂ ਹੈ, ਪਰ ਸਰਕਾਰਾਂ ਦੇ ਧਿਆਨ ਵਿੱਚ ਇਹ ਮੁੱਦਾ ਨਹੀਂ ਹੁੰਦਾ ਤੇ ਨਾ ਹੀ ਚੋਣ ਮੈਨੀਫੈਸਟੋ ਦੇ ਵਿੱਚ ਵਾਤਾਵਰਨ ਨੂੰ ਕੋਈ ਬਹੁਤੀ ਤਵੱਜੋ ਦਿੱਤੀ ਜਾਂਦੀ ਹੈ। ਬਹੁਤੀਆਂ ਪਾਰਟੀਆਂ ਤਾਂ ਆਪਣੇ ਮੈਨੀਫੈਸਟੋ ਦੇ ਵਿੱਚ ਇਸ ਨੂੰ ਲਿਖਦੀਆਂ ਵੀ ਨਹੀਂ, ਤੇ ਜਿਹੜੀਆਂ ਪਾਰਟੀਆਂ ਨੇ ਗਰੰਟੀਆਂ ਦਿੱਤੀਆਂ ਸੀ ਵਾਤਾਵਰਨ ਉਹਦੇ ਵਿੱਚ ਗਰੰਟੀ ਵੀ ਨਹੀਂ ਸੀ। ਤਾਂ ਅੱਜ ਵਾਤਾਵਰਨ ਦੇ ਮੁੱਦੇ ਤੇ ਜੋ ਬੁੱਢੇ ਦਰਿਆ ਦੇ ਵਿੱਚ ਗੰਦਾ ਪਾਣੀ ਪਾ ਕੇ ਉਹਨੂੰ ਬੁੱਢਾ ਨਾਲਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹ ਪਾਣੀ ਜਾ ਕੇ ਸਤਲੁਜ ਵਿੱਚ ਮਿਲਦਾ ਹੈ ਕੈਮੀਕਲ ਭਰਿਆ, ਤਾਂ ਉਸ ਦੇ ਵਿਰੋਧ ਦੇ ਵਿੱਚ ਸਰਕਾਰਾਂ ਨੂੰ ਦਿਖਾਉਣ ਲਈ ਵੱਖ-ਵੱਖ ਲੋਕ ਪਹੁੰਚੇ, ਸਮਾਜ ਸੇਵੀ ਪਹੁੰਚੇ, ਉਹਨਾਂ ਦੇ ਵਿੱਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਵੀ ਪਹੁੰਚੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ ਸਰ, ਕਿਵੇਂ ਦੇਖਿਆ ਜਾਵੇ, ਕਿਉਂ ਇਹ ਮੁੱਦਾ ਬਣਦਾ ਹੀ ਨਹੀਂ, ਇਹ ਧਿਆਨ ਦੇ ਵਿੱਚ ਹੀ ਨਹੀਂ ਲਿਆ ਜਾਂਦਾ? ਅਸਲ ਦੇ ਵਿੱਚ ਸਿਸਟਮ ਇਹ ਹੈ ਕਿ ਜਿਹੜੇ ਲੋਕ ਸਿਸਟਮ ਤੇ ਕਾਬਜ ਨੇ ਉਹ ਮੁਨਾਫੇ 'ਚ ਇੰਨੇ ਹੋਏ ਨੇ, ਜਿਵੇਂ ਇੰਡਸਟਰੀ ਹੈ ਜੀ, ਉਹ ਕਹਿੰਦੇ ਨੇ ਵੀ ਥੋੜਾ ਵੀ ਮੁਨਾਫਾ ਨਹੀਂ ਘਟਣਾ ਚਾਹੀਦਾ, ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਚਾਹੇ ਹੋ ਜੇ। ਕੁਦਰਤ ਦਾ ਇੱਕ ਸਾਈਕਲ ਹੈ। ਦੇਖੋ, ਜੇਕਰ ਕੋਈ ਇਹ ਵੀ ਕਹੇਗਾ ਨਾ ਵੀ ਇੱਥੋਂ ਆਪਣਾ ਨਿਕਲ ਗਿਆ ਪਾਣੀ ਤੇ ਕੋਈ ਫਰਕ ਨਹੀਂ ਪੈਂਦਾ, ਉਹਨੂੰ ਪਸ਼ੂ ਪੀਂਦੇ ਨੇ, ਪੰਛੀ ਪੀਂਦੇ ਨੇ, ਉਹਨੂੰ ਬਾਕੀ ਦੇ ਲੋਕ ਪੀਂਦੇ ਨੇ, ਉਹੀ ਫਿਰ ਖਾਦ ਖੁਰਾਕ ਚਾਹੁੰਦਾ, ਉਹੀ ਸਬਜ਼ੀਆਂ ਨੂੰ ਲੱਗਦਾ, ਉਹੀ ਬਾਕੀ ਜਗ੍ਹਾ ਮੋੜਵੇਂ ਰੂਪ 'ਚ ਜਿਹੜੇ ਬੰਦੇ ਛੱਡਦੇ ਨੇ ਉਹਨਾਂ ਦੇ ਘਰਾਂ 'ਚ ਵੀ ਆ ਜਾਂਦਾ। ਜਿੰਨਾ ਚਿਰ ਇਹ ਸੋਝੀ ਨਹੀਂ ਹੁੰਦੀ ਨਾ ਕਿ ਇੱਕ ਸਾਈਕਲ ਹੈ, ਜਿੱਥੋਂ ਚੱਲਿਆ ਮੁੜ ਕੇ ਉੱਥੇ ਆ ਕੇ ਖਤਮ ਹੁੰਦਾ। ਇਸ ਲਈ ਇੱਕ ਬਹੁਤ ਬੜਾ ਇੱਕ ਕੁਐਸਚਨ ਇਹ ਹੈ ਕਿ ਵਾਤਾਵਰਨ ਪ੍ਰਦੂਸ਼ਣ ਦਾ ਸਵਾਲ ਦੁਨੀਆ ਦਾ ਸਭ ਤੋਂ ਬੜਾ ਮੁੱਦਾ ਹੈ ਇਸ ਸਮੇਂ। ਤੁਸੀਂ ਦੇਖਿਆ ਪੈਰਿਸ ਦੇ ਵਿੱਚ 295 ਦੇਸ਼ਾਂ ਦੇ ਮੁਖੀ ਬੈਠਦੇ ਨੇ ਕਿ ਸਭ ਤੋਂ ਬੜਾ ਸਵਾਲ ਹੈ। ਔਰ ਜਦੋਂ ਇੱਕ ਛੋਟੀ ਲੜਕੀ ਜਿਹੜੀ 15 ਸਾਲ ਦੀ ਹੈ, ਗ੍ਰੇਟਾ ਥੁਨਬਰਗ, ਉਹ ਸਾਰੇ ਲੋਕਾਂ ਨੂੰ ਇਹ ਚੈਲੰਜ ਕਰਦੀ ਹੈ, ਸਾਰੇ ਲੋਕਾਂ ਦੇ ਮੁਲਕਾਂ ਦੇ ਮੁਖੀਆਂ ਨੂੰ, ਹਾਊ ਡੇਅਰ ਯੂ, ਇਹ ਵੱਡੀ ਖਬਰ ਛਪਦੀ ਹੈ ਕਿ ਤੁਹਾਡੀ ਹਿੰਮਤ ਕਿਵੇਂ ਕਿ ਪਈ ਮੇਰਾ ਬਚਪਨ ਰੋਲਣ ਦੀ। ਪਰ ਸਾਡੇ ਅਜੇ ਅਵੇਅਰਨੈਸ ਦਾ ਲੈਵਲ ਉਹ ਨਹੀਂ ਹੈ, ਮਤਲਬ ਨਾ ਤਾਂ ਵਾਤਾਵਰਨ ਦੀ ਅਜੇ ਓਡੀ ਵੱਡੀ ਮੂਵਮੈਂਟ ਹੈ ਕਿ ਲੋਕ ਖੜੇ ਹੋ ਜਾਣ, ਲੋਕ ਸਰਕਾਰਾਂ ਨੂੰ ਮਜਬੂਰ ਕਰ ਦੇਣ। ਨਾ ਸੰਵੇਦਨਸ਼ੀਲਤਾ ਉਹਨਾਂ ਦੇ ਵਿੱਚ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਤਾਂ ਪਤਾ ਹੀ ਹੈ ਘੱਟੋ ਘੱਟ, ਪੜ੍ਹੇ ਲਿਖੇ ਲੋਕ ਨੇ ਸਾਰੇ, ਕਿ ਇਹਨਾਂ ਦਾ ਆਹ ਨੁਕਸਾਨ ਹੁੰਦਾ ਜਾਂ ਇਹ ਨੁਕਸਾਨ ਨੂੰ ਕਿਵੇਂ ਰੋਕਿਆ ਜਾ ਸਕਦਾ। ਇਹਦੇ 'ਚ ਹੁਣ ਬਹੁਤ ਦਰਿਆਵਾਂ ਦੀ ਸਫਾਈ ਦਾ ਮਾਮਲਾ, ਸਾਡੇ ਜਿਹੜਾ ਜਮਨਾ ਐਕਸ਼ਨ ਪਲਾਨ ਹੈ, ਗੱਗਾ ਐਕਸ਼ਨ ਪਲਾਨ ਹੈ, ਸਤਲੁਜ ਐਕਸ਼ਨ ਪਲਾਨ, ਉਹਦੇ ਤੋਂ ਵੀ ਪਹਿਲਾਂ ਦਾ ਅਪਰੂਵ ਹੋਇਆ ਸੀ। ਮਤਲਬ 4 ਦਹਾਕੇ ਹੋ ਗਏ ਤੇ ਉਦੋਂ ਬਾਅਦ ਇੰਪਲੀਮੈਂਟੇਸ਼ਨ ਕੋਈ ਨਹੀਂ ਹੈ। ਫਿਰ ਜੇ ਮਾੜਾ ਮੋਟਾ 1975 ਦਾ ਪੋਲੂਸ਼ਨ ਕੰਟਰੋਲ ਬੋਰਡ ਬਣਿਆ ਹੋਇਆ, ਪੋਲੂਸ਼ਨ ਕੰਟਰੋਲ ਬੋਰਡ ਕੋਲ ਇੰਨੇ ਅਫਸਰ, ਇੰਨਾ ਸੈਟਅਪ ਹੈ, ਸਾਰਾ ਕੁਝ ਹੈ। ਉਹ ਆਉਂਦੇ ਨੇ, ਇੱਕ ਵਾਰ ਦੇਖਦੇ ਨੇ ਤੇ ਮੁੜ ਕੇ ਚਲੇ ਜਾਂਦੇ ਨੇ, ਐਕਸ਼ਨ ਕੋਈ ਨਹੀਂ ਹੈ ਉਸ ਪੱਧਰ ਦੇ ਉੱਤੇ। ਔਰ ਇਹ ਵੀ ਇੱਕ ਕਲੀਅਰ ਕੱਟ ਗੱਲ ਹੈ ਕਿ ਪੋਲੂਸ਼ਨ ਵੀ ਕੋਈ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਇੱਕ ਤਾਂ ਮਿਊਨਿਸਪਲ ਵੇਸਟ ਹੈ ਜਿਹੜਾ ਜਨਰਲ ਲੈ ਕੇ ਉਹ ਜਾਂਦਾ, ਚਲੋ ਉਹਦਾ ਟ੍ਰੀਟਮੈਂਟ ਪਲਾਂਟ ਲਾ ਦਿਓ, ਤੇ ਦੂਜਾ ਜਿਹੜਾ ਕੈਮੀਕਲ ਇੰਡਸਟਰੀ ਹੈ, ਇਹ ਤਾਂ ਟ੍ਰੀਟਮੈਂਟ ਪਲਾਂਟ ਲਾ ਕੇ ਵੀ ਨਹੀਂ ਚੱਲਦਾ, ਇਹ ਤਾਂ ਅਲੱਗ ਹੁੰਦਾ ਹੀ ਨਹੀਂ। ਇਹ ਤਾਂ ਉਸ ਲੈਵਲ ਦੇ ਰੋਗ ਪੈਦਾ ਕਰਦਾ, ਜਿਹੜੀਆਂ ਨਾਮੁਰਾਦ ਬਿਮਾਰੀਆਂ, ਕੈਂਸਰ, ਕਾਲਾ ਪੀਲੀਆ ਤੇ ਵੱਖ-ਵੱਖ ਟਾਈਪ ਦੀਆਂ ਪੰਜਾਬ 'ਚ ਫੈਲ ਰਹੀਆਂ ਨੇ, ਉਹਦੇ ਲਈ ਜ਼ਿੰਮੇਵਾਰ ਹੈ ਉਹ ਸਾਰੇ ਦਾ ਸਾਰਾ। ਔਰ ਜੇਕਰ ਉਹ ਸਾਰੇ ਦਾ ਸਾਰਾ ਜ਼ਿੰਮੇਵਾਰ ਹੈ ਤਾਂ ਇੱਥੇ ਜ਼ਿੰਮੇਵਾਰੀ ਫਿਕਸ ਕਿਸੇ ਤੇ ਨਹੀਂ ਹੁੰਦੀ ਕਾਨੂੰਨ ਦੇ ਮੁਤਾਬਕ। ਜਿੰਨਾ ਚਿਰ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ ਕਿ ਇਸ ਕੰਮ ਦੇ ਲਈ ਇਹ ਬੰਦਾ ਜਾਂ ਇਹ ਅਫਸਰ ਜਾਂ ਇਹ ਸਿਆਸਤਦਾਨ ਜਾਂ ਇਹ ਜਿਹੜਾ ਜਿਨ੍ਹਾਂ ਨੇ ਛੱਡਿਆ ਉਹ ਜ਼ਿੰਮੇਵਾਰ ਹੈ, ਉਹਨੂੰ ਇੰਨੀ ਸਜ਼ਾ, ਇੰਨਾ ਜੁਰਮਾਨਾ, ਔਰ ਇਹ ਇੱਕ ਟਾਈਮ ਬਾਉਂਡ ਰੂਪ ਦੇ ਵਿੱਚ ਹੋਏਗਾ, ਫਿਰ ਉਸ ਲੈਵਲ ਤੇ ਹੋਏਗਾ।
ਤੇ ਸਭ ਤੋਂ ਪਹਿਲਾਂ ਉਦੋਂ ਵੀ ਪਹਿਲੀ ਗੱਲ ਇਹ ਹੈ ਕਿ ਲੋਕਾਂ ਦਾ ਇਸ ਗੱਲ ਬਾਰੇ ਸੰਵੇਦਨਸ਼ੀਲ ਹੋਣਾ। ਮੰਨ ਲਓ ਹੁਣ ਬੰਦੇ ਬਾਹਰੋਂ ਆ ਗਏ, 4 ਬੰਦੇ ਕਿਤੋਂ ਵੀ ਆ ਜਾਂਦੇ ਨੇ ਵੀ ਇਹ ਬਹੁਤ ਮਾੜੀ ਗੱਲ ਹੈ। ਆਫਟਰ ਆਲ ਇੱਥੇ ਸਾਰੇ ਦੇ ਕਿਨਾਰੇ ਜਾਓ, ਖੜਨਾ ਵੀ ਮੁਸ਼ਕਲ ਹੈ ਕਿ ਉਹਨਾਂ ਲੋਕਾਂ ਨੂੰ ਵੀ ਤਾਂ ਇਸ ਦੀ ਸੋਝੀ ਆਉਣੀ ਚਾਹੀਦੀ ਹੈ ਜਿੱਥੇ ਖੜਨਾ ਮੁਸ਼ਕਲ ਹੈ, ਜਿਨ੍ਹਾਂ ਦੇ ਫੇਫੜੇ ਗਲ ਰਹੇ ਹੋਣਗੇ, ਜਿਨ੍ਹਾਂ ਦਾ ਬਚਪਨ ਪੜ ਰਿਹਾ ਹੈ, ਮਤਲਬ ਉਹ ਬਚਪਨ ਹੀ ਬਰਬਾਦ ਹੋ ਰਿਹਾ ਹੈ। ਤੇ ਜੇ ਉਹ ਸੋਝੀ ਦਾ ਲੈਵਲ ਉਹਨਾਂ 'ਚ ਨਹੀਂ ਆਏਗਾ, ਉਹ ਇਹਦਾ ਵਿਰੋਧ ਨਹੀਂ ਕਰਨਗੇ ਤਾਂ ਬਾਹਰੋਂ ਆ ਕੇ ਕਿੰਨਾ ਕੁ ਚਿਰ ਕਰਨਗੇ ਲੋਕ। ਕਿਉਂਕਿ ਪਹਿਲਾਂ ਲੜਾਈ ਘਰ ਤੋਂ ਸ਼ੁਰੂ ਹੁੰਦੀ ਹੈ, ਹੇਠੋਂ ਸ਼ੁਰੂ ਹੁੰਦੀ ਹੈ, ਜਿੱਥੇ ਲੋਕ ਲਗਾਤਾਰ ਇੱਥੋਂ ਚੱਲ ਕੇ ਤੁਸੀਂ ਰਾਜਸਥਾਨ ਤੱਕ ਦੇ ਲੋਕਾਂ ਨੂੰ ਮਾਰ ਰਹੇ ਹੋ। ਇਹ ਸਿੱਧਾ ਕਤਲ ਹੈ, ਇਹ ਕੋਈ ਐ ਨਹੀਂ ਹੈ ਕਿ ਨਾਰਮਲ ਹਾਲਾਤ ਦੇ ਵਿੱਚ ਕੋਈ ਚੀਜ਼ ਹੈ। ਫਿਰ ਜਿਹੜੇ ਸਟਰੀਟਮੈਂਟ ਪਲਾਂਟ ਲੱਗ ਗਏ, ਉਹ ਚੱਲਦੇ ਨੇ ਜਾਂ ਨਹੀਂ ਚੱਲਦੇ ਇਹਨੂੰ ਦੇਖਦਾ ਕੌਣ ਹੈ? ਕਿਤੇ ਨਹੀਂ ਚੱਲਦੇ। ਆ ਮੱਛੀਆਂ ਮਰ ਗਈਆਂ ਸੀ ਇੱਕ ਸ਼ਰਾਬ ਫੈਕਟਰੀ ਦੇ ਮਾਮਲੇ 'ਚ, ਉਹਨੂੰ ਕਰਤਾ ਜੁਰਮਾਨਾ 5 ਕਰੋੜ ਰੁਪਏ। ਉਹ ਜੁਰਮਾਨਾ ਵੀ ਅਜੇ ਤੱਕ ਭਰਿਆ ਜਾਂ ਨਹੀਂ ਭਰਿਆ ਕਿਸੇ ਨੂੰ ਪਤਾ ਹੈ। ਉਦੋਂ ਬਾਅਦ ਉਹ ਫੈਕਟਰੀ ਚੱਲਦੀ ਹੈ, ਮੁੜ ਕੇ ਫਿਰ ਚੱਲਦੀ ਹੈ, ਕਿਉਂਕਿ 2-4 ਦਿਨ ਉਹ ਅਖਬਾਰਾਂ 'ਚ ਆਉਂਦੀ ਹੈ, TV 'ਤੇ ਆਉਂਦੀ ਹੈ, ਲੋਕ ਉਦੋਂ ਬਾਅਦ ਭੁੱਲ ਜਾਂਦੇ ਨੇ ਤੇ ਉਹ ਫਿਰ ਉਸੇ ਤਰੀਕੇ ਨਾਲ ਚੱਲ ਪੈਂਦਾ। ਇਹਨੂੰ ਜਿਵੇਂ ਲਗਾਤਾਰ ਰੋਜ਼ਮਰਰਾ ਦੀ ਜ਼ਿੰਦਗੀ ਦਾ ਇਸ਼ੂ ਹੁੰਦਾ ਹੈ, ਉਹ ਬੁਨਿਆਦੀ ਇਸ਼ੂ ਦੇ ਤੌਰ ਤੇ ਉਠਾਉਣ ਦਾ ਸਵਾਲ ਹੈ, ਨਾ ਕੇਵਲ ਇਕੱਲਾ ਪੋਲੀਟੀਸ਼ੀਅਨ ਦਾ ਸਵਾਲ, ਬਿਊਰੋਕਰੇਟ ਤੇ ਜ਼ਿੰਦਗੀ ਦਾ ਸਵਾਲ ਹੈ, ਕਿਉਂਕਿ ਹੋਂਦ ਦਾ ਸਵਾਲ ਹੈ। ਜਿਹੜੀ ਚੀਜ਼ ਹੋਂਦ ਦਾ ਸਵਾਲ ਹੁੰਦੀ ਹੈ ਉਹ ਮਨੁੱਖਤਾ ਦਾ ਸਵਾਲ ਹੈ। ਤੇ ਮਨੁੱਖਤਾ ਸਭ ਤੋਂ ਜੇਕਰ ਵੱਡੀ ਹੈ, ਮਨੁੱਖਤਾ ਵੀ ਨਹੀਂ ਮਤਲਬ ਕਾਇਨਾਤ ਦਾ ਜਿਹੜੀ ਜੈਵਿਕ ਲਾਈਫ ਹੈ, ਜ਼ਿੰਦਗੀ ਜਿਹਦੇ ਤੇ ਹੈ, ਉਹ ਇਹਦੇ ਸਭ ਦਾ ਸਵਾਲ ਹੈ। ਇਹ ਮੁੱਦਾ ਸਭ ਤੋਂ ਸੀਰੀਅਸ ਤੇ ਬੜਾ ਹੋਣਾ ਚਾਹੀਦਾ, ਪਰ ਇਹਦੇ ਲਈ ਜਿੰਨਾ ਪ੍ਰਚਾਰ ਹੋਏਗਾ, ਜਿੰਨਾ ਲੋਕਾਂ ਦੇ ਨੋਟਿਸ 'ਚ ਆਏਗਾ, ਸ਼ਾਇਦ ਉਹ ਜਾਗਰੂਕਤਾ ਦੇ ਨਾਲ ਹੀ ਇਹ ਚੀਜ਼ ਸੰਭਵ ਹੋਏਗੀ। ਇਹ ਤਾਂ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਦਰਿਆ 'ਚ ਪੈਂਦਾ। ਇੱਕ ਫੈਕਟਰੀਆਂ ਗਰਾਊਂਡ ਵਾਟਰ ਨੂੰ ਵੀ ਪ੍ਰਦੂਸ਼ਿਤ ਕਰ ਰਹੀਆਂ, ਸਿੱਧੇ ਬੋਰ ਪੱਟ ਕੇ ਧਰਤੀ ਹੇਠ ਵੀ ਪਾਣੀ ਪਾਇਆ ਜਾ ਰਿਹਾ ਬਹੁਤੇ ਪੰਜਾਬ ਦੇ ਹਿੱਸਿਆਂ ਦੇ ਵਿੱਚ। ਉਹਦੇ ਵੱਲ ਉਹ ਤਾਂ ਉਦੋਂ ਵੀ ਖਤਰਨਾਕ ਹੈ ਕਿ ਪੰਜਾਬ ਦੀ ਥੱਲੇ ਜ਼ਮੀਨ ਹੀ ਖਤਮ ਕੀਤੀ ਜਾ ਰਹੀ ਹੈ। ਨਹੀਂ, ਬਹੁਤ ਵੱਡਾ ਗੁਨਾਹ ਹੈ ਉਹ। ਬਾਹਰ ਇਹ ਨਹੀਂ ਕਿ ਪਤਾ ਨਹੀਂ ਹੈ, ਆਲੇ ਦੁਆਲੇ ਵਾਲੇ ਬੰਦਿਆਂ ਨੂੰ ਵੀ ਪਤਾ ਹੈ, ਪੋਲੂਸ਼ਨ ਬੋਰਡ ਨੂੰ ਵੀ ਪਤਾ ਹੈ, ਗਵਰਨਮੈਂਟਾਂ ਨੂੰ ਵੀ ਪਤਾ ਹੈ। ਤੇ ਤੁਸੀਂ ਪਾਣੀ ਦੀਆਂ ਲੇਅਰਜ਼ ਖਤਮ ਕਰ ਰਹੇ ਹੋ। ਸਾਡੇ ਕੋਲ ਬਹੁਤ ਵੱਡਾ ਜਿਹੜਾ ਕੁਦਰਤ ਦੀ ਨਿਆਮਤ ਸੀ, ਇਹੀ ਜੀ ਖੂਬਸੂਰਤ ਧਰਤੀ ਤੇ ਇਹੋ ਜਿਹਾ ਅੰਮ੍ਰਿਤ ਵਰਗਾ ਪਾਣੀ ਦੁਨੀਆ 'ਚ ਕਿਤੇ ਨਹੀਂ ਹੈ। ਦੁਨੀਆ ਭਰ 'ਚ ਜਿਹਨੂੰ 5 ਦਰਿਆਵਾਂ ਦੀ ਧਰਤੀ ਕਹਿੰਦੇ, ਇੱਕ ਤਾਂ ਉਹ ਦਰਿਆਈ ਪਾਣੀ ਸੀ, ਉਹ ਵੀ ਅਸੀਂ ਬਰਬਾਦ ਕਰ ਲਿਆ। ਫਿਰ ਕੱਲਾ ਦਰਿਆਈ ਪਾਣੀ ਨਹੀਂ ਸੀ, ਸਾਡੇ ਕੋਲ ਲਗਭਗ 75% ਹਿੱਸੇ ਦੇ ਵਿੱਚ ਨਿਚਲਾ ਪਾਣੀ ਵੀ ਬਹੁਤ ਖੂਬਸੂਰਤ ਪਾਣੀ ਸੀ। ਨਾ ਕੋਈ ਆਰਓ ਲਾਉਣ ਦੀ ਲੋੜ, ਨਾ ਕੋਈ ਕੁਛ ਹੋਰ ਲਾਉਣ ਦੀ ਲੋੜ, ਐਵੇਂ ਹੀ ਲੋਕ ਪੀਂਦੇ ਰਹੇ ਨੇ। ਉਹ ਬਰਬਾਦ ਇਸੇ ਕਰਕੇ ਹੋਇਆ। ਕੁਝ ਤਾਂ ਬਰਸਾਤਾਂ 'ਚ ਹੋਇਆ, ਬਰਸਾਤਾਂ ਜਿਹੜਾ ਕੈਮੀਕਲ ਜੇ ਉਹ ਇੱਥੋਂ ਤੋਂ ਰੁੜਦਾ, ਉਹ ਧਰਤੀ ਦੇ ਹੇਠਾਂ ਹੀ ਕਿਤੇ ਨਾ ਕਿਤੇ ਜਾਂਦਾ। ਕੁਝ ਉਹਨਾਂ ਬੋਰਾਂ ਰਾਹੀਂ, ਜਿਹੜਾ ਤੁਸੀਂ ਕਹਿ ਰਹੇ ਹੋ ਫੈਕਟਰੀਆਂ ਬੋਰ, ਉਹ ਤਾਂ ਇਦੋਂ ਵੀ ਵੱਡਾ ਅਪਰਾਧ ਹੈ। ਖੁੱਲੇ 'ਚ ਅਜੇ ਫਿਰ ਵੀ ਕੁਛ ਨਾ ਕੁਛ ਬਾਸ਼ਪੀਕਰਨ ਰਾਹੀਂ ਕੁਛ ਨਾ ਕੁਛ ਹੋ ਜਾਂਦਾ। ਉਹ ਸਾਰੇ ਨੂੰ ਕੰਟੈਮੀਨੇਟ ਕਰਦਾ, ਸਾਰੇ ਨੂੰ ਮਤਲਬ ਬਰਬਾਦ ਕਰ ਦਿੰਦਾ। ਲੇਅਰਾਂ ਦੀਆਂ ਲੇਅਰਾਂ ਖਰਾਬ ਹੋ ਜਾਂਦੀਆਂ ਨੇ ਉਸ ਪੱਧਰ ਦੇ ਉੱਤੇ। ਪਰ ਉਹਦੇ ਲਈ ਇੱਕ ਬਹੁਤ ਵੱਡਾ ਚੈਕਿੰਗ ਦਾ ਸਵਾਲ ਜਿਹੜਾ ਹੈ, ਜਾਂ ਇੱਕ ਲਫ਼ਜ਼ ਜਿੰਨਾ ਚਿਰ ਉਹੀ ਗੱਲ ਹੈ ਕਿ ਟਾਈਮ ਬਾਉਂਡ ਸਜ਼ਾ ਦਾ ਤੇ ਸੋਝੀ ਦਾ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ, ਉਹਨਾਂ ਚਿਰ ਇਹ ਸੰਭਵ ਨਹੀਂ ਹੋਏਗਾ ਕਿਸੇ ਵੀ ਰੂਪ ਦੇ ਵਿੱਚ। ਉਹ ਫੈਕਟਰੀ ਇੱਕ ਬੰਦ ਹੁੰਦੀ ਹੈ, ਪਰ ਇੰਨੀਆਂ ਜਾਨਾਂ ਬਚਦੀਆਂ ਨੇ। ਇਕੱਲੀ ਫੈਕਟਰੀ ਆਪਦੇ ਆਪ 'ਚ ਕੁਝ ਨਹੀਂ ਹੁੰਦੀ ਉਹ ਸਮਝਾ। ਹਾਂ, ਜਾਂ ਉਹਨੂੰ ਸੁਧਾਰੇ ਹੋ। ਫੈਕਟਰੀਆਂ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਵਰਗੇ ਸੂਬੇ ਨੂੰ ਕੈਮੀਕਲ ਫੈਕਟਰੀਆਂ ਤੋਂ ਖਹਿੜਾ ਛਡਾਉਣਾ ਪਏਗਾ। ਸਾਨੂੰ ਗ੍ਰੀਨ ਟੈਕਨੋਲੋਜੀ ਜਾਂ ਗ੍ਰੀਨ ਪਾਸੇ ਜਾਣਾ ਪਏਗਾ। ਸਾਨੂੰ ਫੈਕਟਰੀਆਂ ਦਾ ਵੀ ਉਹ ਹੈ ਜਿਹੜਾ ਪੋਲੂਸ਼ਨ ਘੱਟ ਤੋਂ ਘੱਟ ਫੈਲਾਉਣ, ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦਾ ਖੁੱਲ੍ਹਾ ਥਾਂ ਨਹੀਂ ਹੈ। ਸਾਡੀ 90% ਤੋਂ ਉੱਪਰ ਤਾਂ ਜਗ੍ਹਾ ਖੇਤੀ ਦੇ ਡਿਪੈਂਡ, ਖੇਤੀ 'ਚ ਆਉਂਦੀ ਹੈ ਸਾਡੇ। ਔਰ ਐਂ ਤਾਂ ਹੈ ਨਹੀਂ ਸਾਡੇ ਕੋਲ ਥਾਰ ਦੇ ਰੇਗਿਸਤਾਨ ਪਿਆ, ਉਹ 'ਚ ਛੱਡ ਦੋਗੇ, ਚਲੋ ਆਪ ਹੀ ਸੁੱਕ ਸੱਕ ਜਾਏਗਾ। ਇਸ ਲਈ ਕਿਸੇ ਖਿੱਤੇ ਦੀ ਸੁਭਾਅ ਦੇ ਮੁਤਾਬਕ ਉਹੀ ਜੀ ਇੰਡਸਟਰੀ, ਉਹੋ ਜਿਹਾ ਕਾਰੋਬਾਰ, ਉਹੋ ਜਿਹਾ ਸਿਸਟਮ ਨੂੰ ਪ੍ਰਫੁੱਲਤ ਕਰਨਾ ਚਾਹੀਦਾ। ਉਹਦੇ ਲਈ ਇੱਕ ਪਾਲਿਸੀ ਫਰੇਮ ਦੀ ਲੋੜ ਹੈ। ਔਰ ਪਾਲਿਸੀ ਫਰੇਮਿੰਗ ਇੰਡਸਟਰੀ ਲੈਵਲ ਦੇ ਵਿੱਚ ਵੀ ਹੋਣੀ ਚਾਹੀਦੀ ਹੈ, ਗਵਰਨਮੈਂਟ 'ਚ ਖੇਤੀ ਦੀ ਵੀ ਹੋਣੀ ਚਾਹੀਦੀ ਹੈ, ਵੱਖ-ਵੱਖ ਟਾਈਪ ਦੀ ਵੀ, ਕਿ ਕਿੰਨਾ ਟਰੀਟਡ ਪਾਣੀ ਅਸੀਂ ਫਸਲਾਂ ਨੂੰ ਲਾ ਸਕਦੇ ਹਾਂ, ਕੀ ਉਹ ਫਸਲਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਕਰੇਗਾ। ਉਹ ਸਾਰੀਆਂ ਚੀਜ਼ਾਂ ਦੀ ਇੱਕ ਥਾਟ। ਔਰ ਸਾਡੇ ਸੂਬੇ 'ਚ ਤਾਂ ਨਾ ਕੋਈ ਅੱਜ ਤੱਕ ਇੰਡਸਟਰੀ ਪਾਲਿਸੀ ਉਸ ਲੈਵਲ ਦੀ ਹੈ, ਨਾ ਖੇਤੀ ਪਾਲਿਸੀ ਹੈ। ਵਾਤਾਵਰਨ 'ਤੇ ਤਾਂ ਪਾਲਿਸੀ ਹੋਣੀ ਕੀ ਹੈ, ਕਿਉਂਕਿ ਉਹ ਤਾਂ ਨਾਲ ਅਸੀਂ ਸੈਕੰਡਰੀ ਰੱਖਿਆ ਹੋਇਆ, ਉਹ ਤਾਂ ਉਸ ਲੈਵਲ ਦਾ ਰੱਖਿਆ ਹੀ ਨਹੀਂ ਹੋਇਆ। ਮੇਨ ਚੀਜ਼ ਨੇ ਸੈਕੰਡਰੀ ਰੱਖਿਆ ਹੋਇਆ। ਮੇਨ ਚੀਜ਼ ਤੁਸੀਂ ਮਤਲਬ 2 ਦਰਜੇ ਤੇ ਜਾਂ ਕਦੇ ਨਾ ਕਦੇ ਗੱਲ ਹੁੰਦੀ ਆ, ਉਦੋਂ ਬਸ ਮੀਟਿੰਗ ਮੂਟਿੰਗ ਹੁੰਦੀ ਹੈ। ਔਰ ਜਿਹੜਾ ਇਹਦਾ ਡਿਪਾਰਟਮੈਂਟ ਵੀ ਹੈ, ਉਹ ਵੀ ਅੱਧਾ ਅਧੂਰਾ ਕਿਸੇ ਨਾਲ ਜੋੜ ਦਿੰਦੇ ਨੇ। ਜਿਹੜੇ ਡਿਪਾਰਟਮੈਂਟ ਆਉਂਦਾ ਨਾ, ਉਹ ਕਹਿੰਦੇ ਵੀ ਚੱਲ ਇਹਨੂੰ ਦੇ ਦਿਓ, ਇਹ ਡਿਪਾਰਟਮੈਂਟ ਕੋਲ ਕੀ ਹੈ, ਇਹਦੇ ਕੋਲ ਕੱਲਾ ਪੋਲੂਸ਼ਨ ਕੰਟਰੋਲ ਬੋਰਡ ਹੈ, ਛੱਡੋ, ਇਹ ਤਾਂ ਪਾਵਰਫੁਲ ਡਿਪਾਰਟਮੈਂਟ ਨਹੀਂ ਹੈ। ਤੇ ਜਿੰਨਾ ਚਿਰ ਅਸੀਂ ਅਹਿਮੀਅਤ ਪਾਵਰ ਨਾਲ ਦੇਵਾਂਗੇ, ਅਹਿਮੀਅਤ ਲੋਕਾਂ ਦੀ ਜ਼ਿੰਦਗੀ ਨਾਲ ਜੋੜ ਕੇ ਡਿਪਾਰਟਮੈਂਟਾਂ ਨੂੰ ਨਹੀਂ ਦਿੰਦੇ, ਉਹਨਾਂ ਚਿਰ ਇਹ ਕੰਮ ਨਹੀਂ ਚੱਲਣਾ। ਇੱਕ ਥੋੜਾ ਜਿਹਾ ਸਵਾਲ ਇਹ ਤੋਂ ਹਟ ਕੇ ਆ, ਨਵੀਂ ਸਰਕਾਰ ਦੇ ਅਸੀਂ ਲਵਾਂਗੇ ਤੁਹਾਡੇ ਤੋਂ, ਜਿਵੇਂ ਦਾ ਮਾਹੌਲ ਚੱਲ ਰਿਹਾ, ਪਹਿਲਾਂ ਲੋਕ ਕਹਿੰਦੇ ਸੀ ਬੋਲਣਾ ਨਹੀਂ, ਹਾਲੇ ਨਵਾਂ ਪਰ ਅੰਦਰੋਂ ਅੰਦਰੀ ਜਿਵੇਂ ਹੁਣ ਟਰੱਕ ਯੂਨੀਅਨ ਨੇ ਪਿੱਛੇ ਲੜਾਈਆਂ, ਗੱਲ ਸਿਰ ਪਾੜ ਦਿੱਤੇ ਆ, ਕਿਤੇ ਕਬਜ਼ੇ ਕੀਤੇ ਜਾ ਰਹੇ, ਇਹਨੂੰ ਕਿਵੇਂ ਦੇਖਦੇ ਹੋ? ਵੱਖਰੀ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਤੇ ਇਹ ਚੀਜ਼ਾਂ ਨੂੰ ਨਹੀਂ, ਬਿਲਕੁਲ ਦੇਖੋ, ਨਾਰਮਲੀ ਤਾਂ ਲੋਕ ਇਹਨਾਂ ਨੂੰ ਸਮਾਂ ਹਰੇਕ ਨਵੀਂ ਗਵਰਨਮੈਂਟ ਨੂੰ 6 ਮਹੀਨੇ ਦੇਣਾ ਚਾਹੁੰਦੇ ਹੁੰਦੇ ਨੇ, ਦੇ ਦਿਓ।
ਪਰ ਜੋ ਪਹਿਲਾਂ ਹੀ ਸਿਰ 'ਚ ਗਲੀਆਂ ਕਰਨ ਲੱਗ ਜੇ ਤਾਂ 6 ਮਹੀਨੇ ਵੀ ਕੌਣ ਦੇਗਾ। ਪਹਿਲਾਂ ਰਾਜ ਸਭਾ ਦੇ ਮੈਂਬਰ ਜਿਸ ਢੰਗ ਨਾਲ ਸਿਲੈਕਟ ਹੋਏ ਉਹਦਾ ਵੀ ਪੰਜਾਬ ਦੇ ਵਿੱਚ ਵਿਵਾਦ ਚੱਲਿਆ, ਸਭ ਦੇ ਸਾਹਮਣੇ ਹੈ। ਹੁਣ ਤੁਸੀਂ 6 ਮਹੀਨੇ ਗੁਜ਼ਰ ਜੋ ਟਰੱਕ ਯੂਨੀਅਨ ਦਾ ਕੋਈ ਚੋਣ ਕੋਈ ਕੁਛ ਤਰੀਕਾ ਅਪਣਾ ਲਓ, ਉਹਦਾ ਕੋਈ ਤਰੀਕਾ ਅਪਣਾਏ ਤਾਂ ਅਲੱਗ ਗੱਲ ਹੈ। ਈਵਨ ਤੁਸੀਂ ਪਾਪੂਲਰ ਡਿਸੀਜਨ ਲੈਂਦੇ ਹੋ ਜਿਹੜੇ ਜਿਵੇਂ ਪੈਨਸ਼ਨਾਂ ਦਾ ਸਵਾਲ ਹੈ, ਅਸੀਂ ਪੈਨਸ਼ਨ ਬੰਦ ਕਰਤੀ ਜੀ, ਉੱਤੇ ਕੋਈ ਪਾਲਿਸੀ ਬਣਾਓ ਨਾ। ਪੈਨਸ਼ਨ ਬੰਦ ਕਰਨ ਦੇ ਇੱਕ ਪਾਲਿਸੀ ਕਿਉਂ ਨਹੀਂ ਬਣ ਸਕਦੀ? ਦੇਸ਼ ਦੇ ਰਾਸ਼ਟਰਪਤੀ ਦੀ ਸਭ ਤੋਂ ਜ਼ਿਆਦਾ ਤਨਖਾਹ ਹੈ, ਉਹਨੂੰ 2.5 ਲੱਖ ਪੈਨਸ਼ਨ ਮਿਲਦੀ ਹੈ, 5 ਲੱਖ ਰੁਪਇਆ ਉਹਦਾ ਤਨਖਾਹ ਹੈ। ਤੁਸੀਂ ਕਹੋ ਵੀ ਕਿਸੇ ਨੂੰ ਵੀ 2.5 ਲੱਖ ਤੋਂ ਉੱਪਰ ਨਹੀਂ ਮਿਲੂਗੀ, ਆਪੀ ਪਹਿਲਾਂ ਵਾਲਾ ਆਪੀ ਦੂਜੇ ਵਾਲਾ ਆਪੀ ਤੀਜੇ ਵਾਲਾ ਬਣ ਗਿਆ ਜਾਂ 8 ਲੱਖ ਮਿਲੂਗਾ ਨਾ। ਜਿੰਨਾ ਚਿਰ ਪਾਲਿਸੀ ਨਹੀਂ ਅਪਣਾਉਂਦੇ ਉਹਨਾਂ ਚਿਰ ਪੋਲੀਟੀਸ਼ੀਅਨ ਆਪਦੇ ਹੱਥ 'ਚ ਰੱਖਣਾ ਚਾਹੁੰਦਾ, ਉਹਨੂੰ ਖੰਡਾਉਣਾ ਚਾਹੁੰਦਾ ਸਾਰਿਆਂ ਨੂੰ। ਰਣਨੀਤੀ ਤੁਸੀਂ ਬਣਾ ਨਹੀਂ ਰਹੇ। ਇਸੇ ਤਰੀਕੇ ਨਾਲ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਤੁਸੀਂ ਕਹਿਤਾ ਵੀ ਪ੍ਰਾਈਵੇਟ ਸਕੂਲਾਂ ਦਾ ਇਹ ਹੈ ਜੀ ਅਸੀਂ ਨਾ ਵਧਾਉਣ ਦਿਆਂ, ਉਹ ਐਕਟ ਤਾਂ ਦੇਖ ਲਓ 2016 'ਚ ਬਣਿਆ, ਐਕਟ ਪ੍ਰਵਾਨ ਕਰ ਰਿਹਾ ਇੱਕ ਮੁੱਖ ਮੰਤਰੀ ਦਾ ਆਰਡਰ, ਰਾਜੇ ਦਾ ਆਰਡਰ ਨਹੀਂ ਨਾ, ਉਹ ਪੁਰਾਣੇ ਜ਼ਮਾਨੇ ਦਾ, ਇਹ ਕਿਸੇ ਕਾਨੂੰਨ ਦੇ ਮੁਤਾਬਕ ਹੈ। ਜਦ ਤੁਸੀਂ ਉਹ ਕਾਨੂੰਨ ਨੂੰ ਬਦਲੋ, ਵਿਧਾਨ ਸਭਾ 'ਚ ਲਿਆਓ, ਵਿਧਾਨ ਸਭਾ 'ਚ ਨਹੀਂ ਲਿਆ ਸਕਦੇ ਤਾਂ ਤੁਸੀਂ ਆਰਡੀਨੈਂਸ ਕਰੋ ਪਹਿਲਾਂ, ਉਸ ਤੋਂ ਬਾਅਦ ਵਿਧਾਨ ਸਭਾ 'ਚ ਲੈ ਕੇ ਆਓ। ਉਹਦੇ 'ਚ ਐਂ ਲੱਗਦਾ ਜਿਵੇਂ ਇੱਕ ਬਹੁਤ ਜ਼ਿਆਦਾ ਗੈਰ ਤਜਰਬੇਕਾਰ ਕੇਵਲ ਬਿਆਨਬਾਜ਼ੀ ਜਿਹੜੀ ਜ਼ਿਆਦਾ ਉਸ ਲੈਵਲ ਤੇ ਹੋ ਜਾਂਦੀ ਹੈ, ਉਹ ਬਲਕਿ ਤੁਹਾਡੇ ਪੁੱਠੀ ਪਊਗੀ ਮੌਕੇ ਤੇ ਜੇਕਰ ਐਵੇਂ ਬਿਆਨਬਾਜ਼ੀ ਹੁੰਦੀ ਰਹੂਗੀ ਤੇ ਉਸ ਲੈਵਲ ਤੇ ਨਹੀਂ। ਇੱਕ ਹੋਰ ਹੈ 25,000 ਨੌਕਰੀਆਂ ਦਾ ਸਵਾਲ ਹੈ। ਨੌਕਰੀਆਂ ਬਹੁਤ ਮਿਲਣੀਆਂ ਚਾਹੀਦੀਆਂ ਨੇ, ਇਕੱਲੀ 25,000 ਨਹੀਂ, ਪਰ ਨਾਲ ਉਹ 'ਚ 10,000 ਪੁਲਿਸ ਵਾਲਾ ਹੈ। ਔਰ ਤੁਹਾਡੀ ਪ੍ਰਾਇੋਰਟੀ ਕੀ ਹੈ? ਪੰਜਾਬ ਦਾ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਵੀ ਹੈ, ਹੋਰ ਬਹੁਤ ਰਿਪੋਰਟਾਂ ਨੇ। ਪਰ ਹੈਡ ਦੇ ਲਿਹਾਜ਼ ਨਾਲ ਪੰਜਾਬ ਕੋਲ ਪੁਲਿਸ ਪਹਿਲਾਂ ਹੀ ਵਾਧੂ ਹੈ, ਪੂਰੇ ਕੰਟਰੀ ਦੀ ਐਵਰੇਜ ਤੋਂ ਵੀ ਤੇ ਹਰ ਸਟੇਟ ਦੀ ਐਵਰੇਜ ਤੋਂ ਵੀ। ਪੁਲਿਸ ਕੀ ਕਰਦੀ ਹੈ? ਤੁਸੀਂ ਲੋਕ ਕਟਾਉਣੇ ਨੇ ਜਿਹੜੇ ਮਾੜੇ ਮੋਟੇ ਬੋਲਣਗੇ, ਪੁਲਿਸ ਦਾ ਹੋਰ ਕੀ ਧੰਦਾ ਹੈ? ਪਾਲਿਸਿੰਗ ਦਾ। ਮੈਂ ਇੱਕ ਥਾਣੇ ਤੋਂ ਪੁੱਛਿਆ ਕਿ ਕਿੰਨੇ ਬੰਦੇ ਨੇ ਤੁਹਾਡੇ ਕੋਲ ਪੁਲਿਸ ਤੋਂ, ਕਹਿੰਦਾ 56 ਬੰਦੇ ਨੇ ਰਿਕਾਰਡ 'ਚ, ਪ੍ਰੈਕਟੀਕਲ ਕੰਮ 26 ਬੰਦੇ ਕਰਦੇ ਨੇ, ਤੇ ਉਹ ਬਾਕੀ ਦੇ 30 ਬੰਦੇ ਕਿੱਥੇ ਲੱਗੇ ਹੋਏ ਨੇ? ਉਹਨਾਂ ਨੂੰ ਲਿਆ ਕੇ ਪੁਲਿਸਿੰਗ ਤੇ ਲਾਓ ਨਾ। ਪੁਲਿਸ ਭਰਤੀ ਕਿਉਂ ਕਰਨੀ ਹੈ? ਭਰਤੀ ਤੁਸੀਂ ਟੀਚਰ ਕਰੋ, ਡਾਕਟਰ ਕਰੋ, ਬਾਕੀ ਦੇ ਲੋਕ ਕਰੋ, ਜਿੰਨੇ ਵੀ ਲੋਕ ਹੋਰ ਚਾਹੀਦੇ ਨੇ ਲੋਕਾਂ ਨੂੰ ਸੇਵਾ ਦੇ ਵਾਸਤੇ, ਉਹ ਭਰਤੀ ਕਰੋ। ਬਿਜਲੀ ਬੋਰਡ ਤੁਸੀਂ 90,000 ਤੋਂ ਲਿਆ ਕੇ 26,000 ਤੇ EMPLOYEE ਆ ਗਿਆ ਤੇ ਲੋਕਾਂ ਦੀਆਂ ਕੰਪਲੇਂਟਾਂ ਸੈੱਟ ਨਹੀਂ ਹੁੰਦੀਆਂ। ਮਤਲਬ ਤੁਹਾਡੀ ਤਰਜੀਹਾਂ ਦੇ ਜਿਹੜੇ ਸਵਾਲ ਨੇ ਉਹਨੂੰ ਸੋਲਵ ਕਰਨ ਦਾ ਕੁਐਸਚਨ ਹੈ। ਜਿੰਨਾ ਚਿਰ ਉਹ ਨਹੀਂ ਕਰਦੇ ਉਹਨਾਂ ਚਿਰ ਨਹੀਂ ਹੋਣਾ। ਔਰ ਐਗਰੀਕਲਚਰ ਦਾ ਐਡਾ ਵੱਡਾ ਕ੍ਰਾਈਸਿਸ ਹੈ ਤੇ ਇਹਦੇ ਤੇ ਕੋਈ ਗੱਲ ਨਹੀਂ ਹੋ ਰਹੀ ਕਿ ਇਹਦੇ ਲਈ ਸਾਡੇ ਕੋਲ ਕੀ ਰੋਡ ਮੈਪ ਹੈ। ਔਰ ਜਥੇਬੰਦੀਆਂ ਨੇ ਇੱਕ ਅੰਦੋਲਨ ਲੜਿਆ, ਉਹ ਵੀ ਆ ਕੇ ਕੰਪਨਸੇਸ਼ਨ ਦੇ ਧਰਨੇ ਦੇ ਰਹੀਆਂ ਨੇ ਕੱਲੀਆਂ, ਵੱਡੇ ਲੈਵਲ ਤੇ ਡਿਬੇਟ ਕੋਈ ਨਹੀਂ ਹੋ ਰਹੀ। ਸਾਡੀ ਪੋਲਿਟਿਕਸ ਹੈ, ਇੱਕ ਵੀ ਜਥੇਬੰਦੀ ਦਾ ਮੈਨੀਫੈਸਟੋ 'ਚ ਦਿਖਾ ਦਿਓ ਪਾਰਟੀ ਦੇ ਜਿਹੜੀਆਂ ਨੇ ਚੋਣਾਂ ਲੜੀਆਂ ਕਿ ਉਹਦੇ ਕੋਲ ਕੋਈ ਮਾੜਾ ਮੋਟਾ ਵੀ ਵਿਜ਼ਨ ਕੋਈ ਹੈ। ਤਿੰਨੇ ਪਾਰਟੀਆਂ ਦੇ ਆਧਾਰ ਤੇ ਉਹ ਪਈ ਹੈ ਵਿਧਾਨ ਸਭਾ 'ਚ ਰਿਪੋਰਟ ਜਿਹੜੀ ਸੁਸਾਈਡ ਵਿਕਟਮ ਪਰਿਵਾਰਾਂ ਬਾਰੇ ਹੈ। ਤੁਸੀਂ ਕਦੇ ਪੜ੍ਹ ਕੇ ਦੇਖਣਾ, ਰੋਣਾ ਆਊਗਾ ਕਿ ਇਹ ਸਾਡੇ ਲੀਡਰ ਨੇ, ਇਹਨਾਂ ਦਾ ਲੈਵਲ ਇੰਟਰੈਕਟ ਦਾ ਪੱਧਰ ਇਹ ਹੈ। ਤੇ ਤੁਸੀਂ ਇਹ ਕਰ, ਉਹ ਤਾਂ ਸਾਰਿਆਂ ਨੇ ਨਾ, ਹਰ ਪਾਰਟੀ ਹੈ। ਔਰ ਕੱਲੀ ਪਾਰਟੀ ਨਹੀਂ, ਉਹਨਾਂ ਨੇ ਸਭ ਨਾਲ 200 ਮੀਟਿੰਗਾਂ ਵੀ ਕੀਤੀਆਂ ਨੇ। ਤੇ ਜੇ ਮੀਟਿੰਗਾਂ ਕਰਕੇ ਵੀ ਤੁਹਾਨੂੰ ਇਹ ਸਮਝ ਆਇਆ, ਆਹ ਲਿਖਦਾ, ਮੈਨੂੰ ਲੱਗਦਾ ਕਿਸੇ 10ਵੀਂ ਦੇ ਜਵਾਕ ਨੂੰ ਫੜਾ ਦਿਓ, 4 ਦਿਨ 'ਚ ਲਿਖ ਕੇ ਦੇ ਦੂਗਾ ਤੁਹਾਨੂੰ ਕਿ ਜੇ ਇਹੋ ਜਿਹੀਆਂ ਰਿਪੋਰਟਾਂ ਦੇਣੀਆਂ ਨੇ। ਇਹ ਬਹੁਤ ਖਤਰਨਾਕ, ਜਦੋਂ ਬੌਧਿਕ ਖੰਗਾਲੀ ਹੁੰਦੀ ਆ ਨਾ, ਇਹ ਸਭ ਤੋਂ ਮਾੜਾ ਰਸਤਾ ਲੈ ਕੇ ਜਾਂਦੀ ਹੈ। ਆਰਥਿਕ ਤੰਗੀ ਲੋਕ ਕੱਟ ਲੈਂਦੇ ਨੇ, ਕੋਈ ਗੱਲ ਨਹੀਂ, ਕੱਲ ਜਾਂ ਪਰਸੋਂ ਜਾਂ 10 ਦਿਨ ਨੂੰ ਫੇਰ ਦੁਬਾਰਾ ਕੋਈ ਨਾ ਕੋਈ ਕੰਮ ਕਰ ਲੈਣਗੇ, ਬਾਕੀ ਦੀਆਂ ਤੰਗੀਆਂ ਕੱਟੀਆਂ ਨੇ, ਪਰ ਬੁੱਧੀ ਇੱਕੋ ਦਮ ਡਿਵੈਲਪ ਨਹੀਂ ਹੁੰਦੀ। ਅਸੀਂ ਬੌਧਿਕ ਕੰਗਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ ਤੇ ਉਸੇ ਦੌਰ ਦੇ ਵਿੱਚੋਂ ਅਸੀਂ ਇੱਕ ਸੰਵਾਦ ਨਹੀਂ ਰਚਾ ਰਹੇ। ਸਾਨੂੰ ਪਤਾ ਕਿ ਮੈਨੂੰ ਸਭ ਕੁਝ ਆਉਂਦਾ, ਮੈਂ ਐਲਾਨ ਕਰੂੰਗਾ। ਨਰਿੰਦਰ ਮੋਦੀ ਨੇ 7.5 ਸਾਲ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੇ ਹੁਣ ਭਗਵੰਤ ਮਾਨ ਪ੍ਰੈਸ ਕਾਨਫਰੰਸ ਨਹੀਂ ਕਰੂਗਾ। ਸਟੂਡੀਓ ਅੱਡ ਬਣਾ ਰਹੇ, ਮੀਡੀਆ ਨੂੰ ਮਿਲਣਾ ਹੀ ਨਹੀਂ। ਮਤਲਬ ਤੁਸੀਂ ਲੋਕਾਂ ਪ੍ਰਤੀ ਜਵਾਬ ਦੇ ਹੈ ਹੀ ਨਹੀਂ। ਲੋਕਾਂ ਮੀਡੀਆ ਦੇ ਸਾਹਮਣੇ ਸਵਾਲ ਜਵਾਬ ਕਰਨ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਲੋਕਾਂ ਪ੍ਰਤੀ ਜਵਾਬ ਦਿਓ। ਮੀਡੀਆ ਲੋਕਾਂ ਦੇ ਸਵਾਲ ਉਠਾਊਗਾ ਨਾ ਕਿ ਫਲਾਨੀ ਜਗ੍ਹਾ ਆਏ, ਮੰਨ ਲਓ ਇਹ ਸਵਾਲ ਪਾਣੀ ਦਾ ਉਠਾਉਣਾ ਹੋਵੇ, ਗੰਦੇ ਪਾਣੀ ਦਾ ਸਵਾਲ ਹੈ, ਕੱਲ ਨੂੰ ਜੇ ਚੀਫ ਮਿਨਿਸਟਰ ਤੇ ਮਿਨਿਸਟਰ ਕਹੂਗਾ ਨਹੀਂ ਜੀ ਮੈਂ ਤਾਂ ਆਪੀ ਆਪਣੀ ਵੀਡੀਓ ਪਾ ਦੂੰਗਾ ਜਾਂ ਮੈਂ ਟਵੀਟ ਕਰ ਦੂੰਗਾ, ਤੁਸੀਂ ਉਹਦੇ ਤੋਂ ਖਬਰ ਲੈ ਲਿਓ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਫਿਰ ਜੇ ਗੱਲ ਕਰੋਗੇ ਤੁਸੀਂ ਆਪਦੇ ਮੈਨੇਜਡ ਲੋਕਾਂ ਨਾਲ ਕਰੋਗੇ, ਜਿਹਦੇ ਨਾਲ ਪਹਿਲਾਂ ਹੀ ਸੈਟਲਡ ਹੋਏਗਾ ਕਿ ਮੈਨੂੰ ਪਹਿਲਾਂ ਸਵਾਲ ਭੇਜ ਦਿਓ, ਫਿਰ ਮੈਂ ਉਹੀ ਜਵਾਬ ਦੇ ਦਊਂਗਾ ਤੇ ਉਹੀ ਆਪਣੀ ਇੱਕ ਇੰਟਰੈਕਸ਼ਨ ਹੋ ਜਾਏਗੀ। ਕੁਝ ਹੁੰਦਾ ਵੀ ਰਿਹਾ ਪਹਿਲਾਂ, ਆ ਸਾਰੀਆਂ ਵੋਟਾਂ 'ਚ ਇਹੀ ਕੁਝ ਹੋਇਆ, ਜਿੰਨੀਆਂ ਇੰਟਰਵਿਊ ਹੋਈਆਂ ਨੇ ਇੱਕ ਵੀ ਨਹੀਂ ਹੈ। ਜਿੰਨਾ ਕਰਪਟ ਮੀਡੀਆ ਇਸ ਦੌਰ ਦੇ ਵਿੱਚ ਹੋ ਚੁੱਕਿਆ, ਇਹਨਾਂ ਵੋਟਾਂ 'ਚ ਹੋਇਆ। ਖਾਸ ਤੌਰ ਤੇ ਸੱਤਾਧਾਰੀ ਧਿਰ ਨੇ ਜਿੰਨਾ ਪੈਸਾ ਮੀਡੀਆ ਤੇ ਫੂਕਿਆ ਇਸ ਚੋਣਾਂ ਦੇ ਵਿੱਚ, ਤੇ ਬਾਕੀ ਦੀਆਂ ਨੇ ਇਹ ਤੋਂ ਪਹਿਲਾਂ ਕਦੇ ਨਹੀਂ ਉਸ ਲੈਵਲ ਦੇ ਉੱਤੇ ਆਏ। ਇਹ ਸਾਡੇ ਸਭ ਦੇ ਸਾਹਮਣੇ ਹੈ। ਔਰ ਫਿਰ ਵੀ ਤੁਸੀਂ ਡਰੀ ਜਾ ਰਹੇ ਹੋ। ਤੁਸੀਂ ਪੈਸੇ ਦਿੱਤੇ ਨੇ, ਅਗਲੇ ਨੂੰ ਕੋਈ ਅੱਖ ਦੀ ਸ਼ਰਮ ਹੈ, ਜੇ ਇੱਕ ਅੱਧ ਕਾ ਪੁੱਛ ਲੈਣਗੇ ਤਾਂ ਕੀ ਅਰਜ਼, ਤੁਸੀਂ ਉਹ ਤੋਂ ਦੂਰ ਜਾ ਰਹੇ ਹੋ। ਇਹ ਬੜਾ ਖਤਰਨਾਕ ਰੁਝਾਨ ਹੁੰਦਾ ਜਦੋਂ ਕੋਈ ਡੈਮੋਕ੍ਰੇਸੀ ਦੇ ਵਿੱਚ ਲੀਡਰ ਤੇ ਅਫਸਰ ਜਵਾਬਦੇਹੀ ਤੋਂ ਭੱਜਣ ਲੱਗ ਜਾਣ ਤਾਂ ਲੋਕਾਂ ਦੇ ਰੀਅਲ ਮੁੱਦੇ ਉੱਠਣਗੇ ਕਿਵੇਂ?
ਕਿਉਂਕਿ ਲੋਕਾਂ ਦੇ ਮੁੱਦੇ ਤਾਂ ਇੱਕ ਉਹਦੇ ਜਰੀਏ ਹੀ ਆਉਂਦਾ, ਕੋਈ ਤਰੀਕਾ ਕੋਈ ਪਲੇਟਫਾਰਮ ਤਾਂ ਹੋਣਾ ਚਾਹੀਦਾ ਨਾ। ਨਹੀਂ ਤਾਂ ਉਹ ਅਫਸਰ ਤੁਹਾਡੇ ਆਲੇ ਦੁਆਲੇ ਨੇ, ਉਹ ਤੁਹਾਡੇ ਕੰਨ ਭਰਦੇ ਰਹਿਣਗੇ, ਆਪਾਂ ਇਹ ਕਰਨਾ ਆਪਾਂ ਇਹ ਕਰਨਾ, ਫਿਰ ਲੋਕਾਂ ਦੇ ਰੀਅਲ ਮੁੱਦੇ ਆਉਣਗੇ ਹੀ ਨਹੀਂ ਕਿਤੇ। ਔਰ ਉਹੀ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਚੰਡੀਗੜ੍ਹ 'ਚ ਧਰਨਾ ਦੇ ਰਹੇ ਨੇ ਪਾਣੀ ਦੇ ਮੁੱਦੇ ਤੇ ਬੀਜੇਪੀ ਦੇ ਖਿਲਾਫ, ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਉਹਨਾਂ ਦੀ ਬਣ ਗਈ। ਹਾਂਜੀ। ਤੇ ਇੱਥੇ ਕਿਉਂ ਨਹੀਂ ਆਉਂਦੇ? ਤੇ ਇਹ ਤਾਂ ਉਹਨਾਂ ਦਾ ਹੀ ਆਪਣਾ, ਤੇ ਸਾਰੇ ਕਿਤੇ ਇੱਥੇ ਵੀ ਸਾਰੇ ਐਮਐਲਏ ਚੁਣੇ ਹੋਏ ਨੇ। ਸਹੀ ਹੈ ਜੀ। ਉਹ ਇੱਥੇ ਆ ਕੇ ਇਹਦੇ ਤੇ ਫਾਈਟ ਕਰਨ, ਇਹਦੇ ਤੇ ਲੜਨ, ਵਿਧਾਨ ਸਭਾ 'ਚ ਉਠਾਉਣ, ਇਹਦੇ ਤੇ ਇੱਕ ਪ੍ਰੋਪਰ ਕੋਈ ਨਾ ਕੋਈ ਵਿਜ਼ਨ ਲੈ ਕੇ ਆਉਣ। ਇੱਕ ਇਹ ਵੀ ਗੱਲ ਹੈ, ਤੁਸੀਂ ਦੇਖਿਆ ਹੋਣਾ ਕਿ ਪਿਛਲੇ ਲੰਮੇ ਸਮੇਂ ਦੇ ਵਿੱਚ ਜਦੋਂ ਤੋਂ ਹੈ ਐਲਾਨ, ਜਿਵੇਂ ਪਹਿਲਾਂ ਕਹਿੰਦੇ ਚਰਨਜੀਤ ਸਿੰਘ ਚੰਨੀ ਬਾਰੇ ਕਹਿ ਦਿੰਦੇ ਸੀ ਕਿ ਐਲਾਨ ਕਰਦੇ ਹੈਗੇ, ਭਗਵੰਤ ਮਾਨ ਦੇ ਵੀ ਇਹ ਕਹਿੰਦੇ ਕਿ ਨੋਟੀਫਿਕੇਸ਼ਨ ਹਾਲੇ ਤੱਕ ਬਹੁਤੀਆਂ ਚੀਜ਼ ਜਿੰਨੇ ਕਿ ਉਹਨਾਂ ਨੇ ਐਲਾਨ ਕੀਤੇ ਉਹਨਾਂ 'ਚੋਂ ਇੱਕ ਅੱਧੀ ਚੀਜ਼ ਦਾ ਨੋਟੀਫਿਕੇਸ਼ਨ ਹੋਇਆ ਹੋਊ ਕਿ ਬਿਨਾਂ, ਜਿਵੇਂ ਬੁੱਤਾਂ ਤੇ ਵੀ ਇੱਕ ਵਿਵਾਦ ਖੜਿਆ ਹੋ ਗਿਆ ਸੀ, ਉਹ ਕਹਿੰਦੇ ਵੀ ਬੁੱਤ ਲਗਾ ਹੀ ਨਹੀਂ ਸਕਦੇ ਇਸ ਜਗ੍ਹਾ ਦੇ ਉੱਤੇ, ਵੀ ਕੀ ਬਿਨਾਂ ਹੋਮਵਰਕ ਕੀਤੇ ਜਾਂ ਬਸ ਐਲਾਨ ਹੀ ਕਰਨੇ ਆ? ਨਹੀਂ, ਬਿਲਕੁਲ ਸਾਡੇ ਸਾਰੇ ਕਿਤੇ ਹੋਮਵਰਕ, ਸਾਡੇ ਇੱਕ ਆਦਤ ਪੈ ਗਈ ਹੈ ਜੀ ਕਿ ਅਸੀਂ ਐਲਾਨ ਹੀ ਕਰਦੇ ਆ, ਉਹਦੀ ਗਰਾਊਂਡ ਰਿਐਲਿਟੀ ਪਹਿਲਾਂ ਚੈੱਕ ਹੀ ਨਹੀਂ ਕਰਦੇ। ਕੋਈ ਰੋਡ ਮੈਪ ਬਣਦਾ ਹੁੰਦਾ ਕਿ ਆਹ ਉਸ ਤੋਂ ਬਾਅਦ ਕੋਈ ਬੰਦਾ ਬੋਲਦਾ ਹੈ, ਈਵਨ ਜਿਹੜੇ ਮੇਨ ਅਧਿਕਾਰੀ ਨੇ, ਤੇ ਕੱਲ੍ਹ ਨੂੰ ਪੁੱਠੀ ਨਾ ਗੱਲ ਪੈ ਜੇ। ਇਸੇ ਕਰਕੇ ਤਾਂ ਸਾਡੀ ਹਰ ਭਰਤੀ ਚੈਲੰਜ ਹੋ ਜਾਂਦੀ ਹੈ ਜਾ ਕੇ ਹਾਈ ਕੋਰਟ ਦੇ ਵਿੱਚ, ਤੇ ਬੰਦੇ ਵਿਚਾਰੇ ਜਾਂਦੇ ਨੇ, ਟੈਸਟ ਦਿੰਦੇ ਨੇ, ਇੰਟਰਵਿਊ ਦਿੰਦੇ ਨੇ, ਹਾਈ ਕੋਰਟ 'ਚ ਫਿਰ ਸਟਕ, ਮੁੜ ਕੇ ਫਿਰ ਬੰਦੇ ਭਰਤੀ ਨਹੀਂ ਹੁੰਦੇ। ਉਹ ਸਾਰੀਆਂ ਗੱਲਾਂ ਇਸੇ ਕਰਕੇ ਹੋਈਆਂ ਨੇ। ਜੇ ਇਹਦੀ ਇੱਕ ਮਿਸਾਲ ਦੇਖਣੀ ਹੋਵੇ, ਯੂਪੀ ਦੇ ਵਿੱਚ ਟੀਚਰਾਂ ਦੀਆਂ ਬਹੁਤ ਪੈਂਡਿੰਗ ਨਾ ਹਾਈ ਕੋਰਟ ਦੇ ਵਿੱਚ ਰਿਟਾਂ ਚਲੀਆਂ ਗਈਆਂ, ਤੇ ਉਹ ਜੱਜ ਕਹਿੰਦਾ ਵੀ ਇਹ ਤਾਂ ਮੈਂ ਫਿਰ ਨਜਿੱਠੂਗਾ। ਪਹਿਲਾਂ ਮੈਂ ਇਹ ਗੱਲ ਕਰਦਾ ਵੀ ਇਹ ਆਉਂਦੀਆਂ ਕਿਉਂ ਨੇ। ਉਹ ਕਹਿੰਦਾ ਇਹ ਰਿਟਾਂ ਤਾਂ ਆਉਂਦੀਆਂ ਨੇ ਕਿਉਂਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਨਾ ਪੋਲੀਟੀਸ਼ੀਅਨ ਦਾ ਬੱਚਾ ਪੜ੍ਹ ਰਿਹਾ, ਨਾ ਬਿਊਰੋਕਰੇਟ ਦਾ ਬੱਚਾ ਪੜ੍ਹ ਰਿਹਾ, ਨਾ ਮਾਸਟਰ ਦਾ ਬੱਚਾ ਪੜ੍ਹ ਰਿਹਾ, ਤੇ ਤੁਸੀਂ ਕੈਜੂਅਲੀ ਜਿੰਨੀਆਂ ਵੀ ਨੋਟੀਫਿਕੇਸ਼ਨਾਂ ਕਰਦੇ ਹੋ, ਜਿੰਨੇ ਪਾਲਿਸੀ ਬਣਾਉਣੇ, ਆਰਡਰ ਕੱਢਦੇ ਹੋ, ਤੁਸੀਂ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਤੁਹਾਡੇ ਬੱਚੇ ਤੇ ਅਸਰ ਨਹੀਂ ਪੈ ਰਿਹਾ। ਫਿਰ ਉਹ ਕਹਿੰਦਾ ਮੈਂ ਇਸ ਲਈ ਆਰਡਰ ਕਰ ਰਿਹਾ ਇਹ ਕਿ ਜਿਹੜਾ ਵੀ ਗਵਰਨਮੈਂਟ ਖਜ਼ਾਨੇ 'ਚੋਂ ਤਨਖਾਹ ਲੈਂਦਾ ਹੈ ਜਾਂ ਕੁਝ ਪੈਸੇ ਲੈਂਦਾ ਹੈ, ਉਹਦਾ ਬੱਚਾ ਪਿੰਡ ਦੇ ਨੇੜ ਦੇ ਸ਼ਹਿਰ ਦੇ ਵਾਰਡ ਦੇ ਪੜੋਸੀ ਸਕੂਲ 'ਚ ਪੜੂਗਾ, ਗਵਰਨਮੈਂਟ ਸਕੂਲ 'ਚ। ਇਹ 18 ਅਗਸਤ 2015 ਦੀ ਜੱਜਮੈਂਟ ਹੈ। ਜੇ ਤੁਸੀਂ ਨਹੀਂ ਪੜਾਉਣਾ ਚਾਹੁੰਦੇ ਤਾਂ ਜਿੰਨਾ ਪੈਸਾ ਤੁਸੀਂ ਆਪਦੇ ਬੱਚੇ ਦੇ ਪ੍ਰਾਈਵੇਟ ਸਕੂਲ 'ਚ ਖਰਚ ਕਰਦੇ ਹੋ, ਉਹਦੇ ਬਰਾਬਰ ਦਾ ਪੈਸਾ ਤੁਹਾਨੂੰ ਜਮ੍ਹਾਂ ਕਰਾਉਣਾ ਪਏਗਾ ਗਵਰਨਮੈਂਟ ਖਜ਼ਾਨੇ 'ਚ, ਤਾਂ ਕਿ ਗਰੀਬ ਦਾ ਬੱਚਾ ਵੀ ਪੜ੍ਹ ਸਕੇ। ਇਹ ਮੁੱਦਾ ਬਣਿਆ 2018 ਤੋਂ ਬਾਅਦ ਇੱਕ ਵੀ ਪੋਲੀਟੀਕਲ ਪਾਰਟੀ, ਇੱਕ ਵੀ ਜਥੇਬੰਦੀ ਦਾ ਕਿਉਂ ਨਹੀਂ ਆ। ਇੱਕ ਹਾਈ ਕੋਰਟ ਦੀ ਜੱਜਮੈਂਟ ਹੈ, ਉਹਦੇ ਤਾਂ ਰੌਲਾ ਪੈ ਜਾਣਾ ਚਾਹੀਦਾ ਬੜੇ ਵੱਡੇ ਪੱਧਰ ਤੇ, ਕਿਉਂਕਿ ਇੱਕ ਨੈਕਸਸ ਬਣ ਗਿਆ ਜਿਹਨੂੰ ਸਰਕਾਰ ਤੋਂ ਜਾਂ ਫਾਇਦਾ ਮਿਲਦਾ ਸਰਕਾਰੀ ਖਜ਼ਾਨਿਆਂ 'ਚੋਂ, ਜਾਂ ਲੀਡਰ ਬਣ ਗਏ। ਇੱਕ ਬੜਾ ਵੱਡਾ ਲੀਡਰ ਸੀ ਪੱਛਮੀ ਬੰਗਾਲ ਦਾ, ਉਹ ਇਹ ਕਹਿ ਰਿਹਾ ਸੀ ਕਿ ਚਪੜਾਸੀ ਤੋਂ ਲੈ ਕੇ ਕੈਬਨਿਟ ਸੈਕਟਰੀ ਤੱਕ ਉਹ ਸਾਰੇ ਸਰਕਾਰ ਦਾ ਹਿੱਸਾ ਬਣ ਜਾਂਦੇ ਨੇ। ਪਾਰਟੀਆਂ ਦੇ ਛੋਟੇ ਪ੍ਰਧਾਨ ਤੋਂ ਲੈ ਕੇ ਵੱਡੇ ਪ੍ਰਧਾਨਾਂ ਤੱਕ ਉਹ ਵੀ ਸੱਤਾ ਦਾ ਹੀ ਹਿੱਸਾ ਹੁੰਦੇ ਨੇ, ਕਿਉਂਕਿ ਇੱਕ ਹੀ ਹਿੱਸਾ ਪਾਵਰ ਉਹਨਾਂ ਕੋਲ ਵੀ ਹੁੰਦੀ ਹੈ। ਇਸ ਕਰਕੇ ਆਮ ਬੰਦੇ, ਆਮ ਤਾਂ ਕਹਾਣੀ ਹੈ, ਆਮ ਲੋਕ ਆਮ ਅਲੱਗ ਰਹਿ ਜਾਂਦੇ ਨੇ। ਜਿਹਦੇ ਕੋਲ ਵੀ ਜਿੰਨੀ ਕਿ ਸੱਤਾ ਹੈ, ਉਹ ਸੱਤਾ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੰਦਾ, ਤੇ ਉਹ ਬਾਕੀ ਨੂੰ ਨਾਲ ਲਾ ਕੇ ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ। ਡੈਮੋਕ੍ਰੇਸੀ ਬਿਲਕੁਲ ਇਦੋਂ ਉਲਟ ਹੈ। ਉਹ ਹੈ ਜਵਾਬਦੇਹੀ ਦਾ ਸਵਾਲ ਕਿ ਤੁਸੀਂ ਲੋਕਾਂ ਕੋਲ ਜਵਾਬਦੇਹ ਹੈਗੇ ਹੋ ਨਹੀਂ। ਸਾਡੇ ਕਲਚਰ 'ਚ ਇਦੋਂ ਉਲਟ ਮਾਹੌਲ ਹੈ। ਸਾਡੇ ਕਲਚਰ 'ਚ ਕੀ ਹੈ, ਜਿਹੜਾ ਜਥੇਬੰਦੀਆਂ ਦਾ ਪ੍ਰਧਾਨ ਬਣ ਗਿਆ ਉਹੀ ਪ੍ਰਧਾਨ ਹੈ। ਇੱਕ ਵੀ ਜਥੇਬੰਦੀ ਮੈਨੂੰ ਦੱਸਿਓ ਵੀ ਜੇ ਬਦਲਤਾ ਹੋਵੇ ਕਦੇ, ਜਨਤਕ ਜਥੇਬੰਦੀ, ਟ੍ਰੇਡ ਯੂਨੀਅਨ ਜਾਂ ਪੋਲੀਟੀਕਲ ਪਾਰਟੀ, ਕੋਈ ਹਟਣਾ ਹੀ ਨਹੀਂ ਚਾਹੁੰਦਾ। ਜਿਹੜਾ ਇੱਕ ਵਾਰ ਐਮਐਲਏ ਉਹ 50 ਵਾਰ ਬਣਨਾ ਚਾਹੁੰਦਾ, ਜਿਹੜਾ ਇੱਕ ਵਾਰ ਮੁੱਖ ਮੰਤਰੀ ਉਹ 50 ਵਾਰ ਬਣਨਾ ਚਾਹੁੰਦਾ। ਮਤਲਬ ਅਸੀਂ ਸਪੇਸ ਛੱਡ ਹੀ ਨਹੀਂ ਰਹੇ, ਤਾਂ ਡੈਮੋਕ੍ਰੇਸੀ ਕਿੱਥੋਂ ਚੱਲੂਗੀ? ਇਹ ਸੰਭਵ ਨਹੀਂ ਹੈ। ਡੈਮੋਕ੍ਰੇਸੀ ਇੱਕ ਵੇ ਆਫ ਲਾਈਫ ਹੁੰਦੀ ਹੈ, ਜੀਵਨ ਜਾਂਚ ਹੁੰਦੀ ਹੈ। ਉਹ ਤੁਹਾਡਾ ਬਿਹੇਵੀਅਰ ਸੈੱਟ ਕਰਦੀ ਹੈ, ਮਤਲਬ ਉੱਠਣ ਤੋਂ ਲੈ ਕੇ ਸੌਣ ਤੱਕ। ਉਹ ਉਧਰ ਤਾਂ ਸਾਡੀ ਕੋਈ ਪੜ੍ਹਾਈ ਉਹ ਨਹੀਂ ਹੋ ਰਹੀ, ਨਾ ਉਹਦੇ 'ਤੇ ਕੋਈ ਚਰਚਾ ਹੋ ਰਹੀ ਹੈ। ਅਸੀਂ ਕੇਵਲ ਵੋਟਾਂ ਨੂੰ ਚੁਣ ਕੇ ਇਕੱਲਾ ਇੰਨੇ ਕਿ 5 ਸਾਲ ਬਾਅਦ ਇੱਕ ਵੋਟ ਨੂੰ ਡੈਮੋਕ੍ਰੇਸੀ ਮੰਨ ਲਿਆ। ਔਰ ਇਸੇ ਕਰਕੇ ਇਹ ਹੈ ਕਿ ਇਹਦੇ 'ਤੇ ਬੜੇ ਵੱਡੇ ਪੱਧਰ 'ਤੇ ਇੱਕ ਸੰਵਾਦ ਦੀ ਲੋੜ ਹੈ, ਗੱਲਬਾਤ ਦੀ ਲੋੜ ਹੈ, ਤਾਂ ਕਿ ਲੋਕਾਂ ਤੱਕ ਉਹ ਗੱਲਾਂ ਪਹੁੰਚਣ, ਉਹ ਮੁੱਦੇ ਆਪ ਚਰਚਾ ਕਰਨ, ਸੱਥਾਂ 'ਚ ਕਰਨ, ਫਿਰ ਹੀ ਸਿਆਣਪ ਆਏਗੀ, ਫਿਰ ਹੀ ਮੁੱਦੇ ਲੋਕਾਂ ਦੇ ਅੱਗੇ ਆਉਣਗੇ। ਬਹੁਤ ਬਹੁਤ ਧੰਨਵਾਦ ਸਰ ਜੀ, ਸ਼ੁਕਰੀਆ। ਤਾਂ ਗੱਲਬਾਤ ਕੀਤੀ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਸਨ। ਉਹਨਾਂ ਨਾਲ ਪਾਣੀ ਦੇ ਮੁੱਦਿਆਂ ਤੇ ਵੀ ਤੇ ਜਿਹੜੀ ਸਰਕਾਰ ਆ ਉਹਦੇ ਮੁੱਦਿਆਂ ਤੇ ਵੀ, ਤਾਂ ਉਹਨਾਂ ਨੇ ਕਿਹਾ ਕਿ ਹਾਲੇ ਜਿਹੜੀ ਸਰਕਾਰ ਹੈ ਜਿਸ ਤਰੀਕੇ ਨਾਲ ਮੀਡੀਆ ਤੋਂ ਭੱਜਣਾ, ਸਿਰਫ ਐਲਾਨ ਕਰਨੇ, ਉਹਨਾਂ ਦਾ ਪ੍ਰੋਪਰ ਹੋਮਵਰਕ, ਜ਼ਮੀਨ ਦੀ ਰਿਐਲਿਟੀ ਨਾ ਚੈੱਕ ਕਰਨੀ, ਇਹ ਕਿਤੇ ਨਾ ਕਿਤੇ ਘਾਤਕ ਸਿੱਧ ਹੋਵੇਗੀ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਜ਼ TV।